ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਕੋਸ਼ਿਸ਼ ਹੁੰਦੀ ਹੈ ਹਰ ਇੰਪੋਰਟੈਂਟ ਔਰ ਸਟੱਡੀ ਵੀਜ਼ਾ ਨਾਲ ਰਿਲੇਟਡ ਇਨਫੋਰਮੇਸ਼ਨਸ ਨਾਲ ਤੁਹਾਨੂੰ ਜੋੜਿਆ ਜਾਵੇ। ਇਸ ਮਕਸਦ ਨਾਲ ਆਪਾਂ ਰੈਗੂਲਰ ਸ਼ੋਜ਼ ਬਣਾਉਂਦੇ ਰਹਿੰਦੇ ਹਾਂ, ਬਟ ਅੱਜ ਦਾ ਮਸਲਾ ਬਹੁਤ ਗੰਭੀਰ ਹੈ, ਬਹੁਤ ਇੰਪੋਰਟੈਂਟ। ਸ਼ੋਅ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ। 10 ਇੰਪੋਰਟੈਂਟ ਚੇਂਜਿਸ ਜਾਂ ਅਪਡੇਟਸ ਜਿਹੜੀਆਂ ਸਟੱਡੀ ਵੀਜ਼ਾ ਕੈਨੇਡਾ ਨੂੰ ਲੈ ਕੇ ਕਲੀਅਰ ਹੋ ਗਈਆਂ ਨੇ ਨਵੇਂ ਰੂਲਸ ਦੇ ਤਹਿਤ। ਕੱਲ ਮੀਟਿੰਗ ਹੋਈ ਸੀ IRCC ਦੀ, ਜਿਹਦੇ 'ਚ ਪੂਰੀ ਦੁਨੀਆ 'ਚੋਂ ਸਿਰਫ 200 ਬੰਦਾ ਪਾਰਟਿਸਿਪੇਟ ਕਰ ਸਕਿਆ। ਉਸ ਦੇ ਵਿੱਚ ਹਰ ਕੁਐਸਚਨ ਆਵਰ ਆਨਸਰ ਹੋਇਆ ਔਰ ਉਹਦੇ ਵਿੱਚ ਹਰ ਚੀਜ਼ ਨੂੰ ਕਲੀਅਰ ਕੀਤਾ ਗਿਆ। ਇੱਥੇ ਵੱਡੇ ਕਨਫਿਊਜ਼ਨਸ ਜਿਹੜੇ ਬੱਚਿਆਂ ਔਰ ਏਜੰਟਸ ਦੇ ਬਣੇ ਹੋਏ ਸੀ ਉਹ ਅੱਜ ਕਲੀਅਰ ਹੋ ਗਏ ਨੇ। ਮੈਂ ਇੱਕ ਇੱਕ ਕਰਕੇ ਉਹਨਾਂ ਨੂੰ ਦੱਸਣ ਜਾ ਰਿਹਾ, ਨੋਟ ਕਰ ਲਿਓ। ਡਿਟੇਲਡ ਸ਼ੋਅ ਇਹਨਾਂ ਦਾ ਬਾਅਦ 'ਚ ਮੈਂ ਵੱਖਰਾ ਵੀ ਬਣਾਵਾਂਗਾ। ਸੋ ਸ਼ੋਅ ਨੂੰ ਸ਼ੁਰੂ ਕਰਦੇ ਹਾਂ। ਪਹਿਲਾਂ ਰਿਕੁਐਸਟ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਜਿਹੜੇ ਇੰਪੋਰਟੈਂਟ 10 ਸ਼ੋਅ ਨੇ ਤੁਸੀਂ ਉਹਨਾਂ ਨਾਲ ਜੁੜੇ ਰਹੋ ਔਰ ਹਰ ਜਾਣਕਾਰੀ ਇੰਪੋਰਟੈਂਟਲੀ ਤੁਹਾਡੇ ਕੋਲ ਪਹੁੰਚਦੀ ਰਹੇ। ਸੋ ਸਭ ਤੋਂ ਪਹਿਲੀ ਚੀਜ਼ ਡਿਓਲਿੰਗੋ, ਜਿਹਨੂੰ ਲੈ ਕੇ ਬਹੁਤ ਸਾਰੇ ਬੱਚੇ ਵੀ ਤਿਆਰੀ ਕਰ ਰਹੇ ਸੀ, ਬਹੁਤ ਏਜੰਟ ਵੀ ਪ੍ਰਮੋਟ ਕਰ ਰਹੇ ਸੀ। ਇਹਦੇ ਉੱਤੇ ਕਲੀਅਰ ਮੈਸੇਜ ਉਹਨਾਂ ਨੇ ਦੇ ਦਿੱਤਾ, ਕਲੀਅਰ ਜਵਾਬ ਇਹਦੇ ਉੱਤੇ ਦੇ ਦਿੱਤਾ ਕਿ ਕੈਨੇਡਾ 'ਚ ਡਿਓਲਿੰਗੋ ਅਸੈਪਟ ਨਹੀਂ ਹੋਊਗਾ। ਸੋ ਮੈਂ ਵੀ ਪਿੱਛੇ ਜੇ ਸ਼ੋਅ ਬਣਾਏ ਸੀ, ਮੈਂ ਵੀ ਉਹ ਬੱਚਿਆਂ ਨੂੰ ਹੁਣ ਨਹੀਂ ਪਾ ਰਿਹਾ। ਸੋ ਤੁਹਾਨੂੰ ਵੀ ਰਿਕੁਐਸਟ ਹੈ ਕਿ ਇਹਦੇ ਨਾਲ ਫਾਈਲ ਨਾ ਲਾਇਓ, ਇਹਦਾ ਕੋਈ ਡਿਸੀਜਨ ਤੁਹਾਡੇ ਫੇਵਰ 'ਚ ਨਹੀਂ ਆਊਗਾ। ਡਿਓਲਿੰਗੋ ਨੂੰ ਲੈ ਕੇ ਉਹਨਾਂ ਨੇ ਸਾਫ਼ ਨਾ ਕਰ ਦਿੱਤੀ ਹੈ ਔਰ ਇਹਦੇ ਉੱਤੇ ਹੁਣ ਤੁਹਾਨੂੰ ਸਮਝਣਾ ਪਊਗਾ ਕਿ ਡਿਓਲਿੰਗੋ ਸਿਰਫ UK ਚੱਲੂਗਾ, ਕੁਝ ਯੂਨੀਵਰਸਿਟੀਆਂ 'ਚ ਚੱਲਦਾ ਹੈ, ਬਟ ਕੈਨੇਡਾ 'ਚ ਹੁਣ ਡਿਓਲਿੰਗੋ ਨਾਲ ਕੋਈ ਫਾਈਲ ਲਾਉਣ ਦੀ ਕੋਸ਼ਿਸ਼ ਨਾ ਕਰੋ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਉਹਨਾਂ ਨੇ ਬਹੁਤ ਕਲੀਅਰ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਦਿੱਤਾ। ਉਸ ਤੋਂ ਬਾਅਦ ਹੁਣ ਕਿਹੜਾ ਐਗਜ਼ਾਮ ਅਸੈਪਟ ਹੋਏਗਾ, ਇੰਪੋਰਟੈਂਟ ਚੀਜ਼ ਸੀ, ਕਿਹੜਾ ਐਗਜ਼ਾਮ ਅਸੈਪਟ ਹੋਣਗੇ। ਸੋ ਇੱਥੇ ਉਹਨਾਂ ਨੇ 3 ਐਗਜ਼ਾਮ ਦੱਸ ਦਿੱਤੇ ਨੇ, ਜਿਹਦੇ ਵਿੱਚ IELTS, PTE ਐਂਡ TOEFL। ਟੋਇਫਲ ਦਾ ਜਿਹੜਾ ਐਗਜ਼ਾਮ ਹੈ ਇੰਡੀਆ 'ਚ, ਪੰਜਾਬ 'ਚ ਖਾਸ ਕਰਕੇ ਬਹੁਤ ਬੱਚੇ ਘੱਟ ਕਰਦੇ ਸੀ ਔਰ ਸਾਊਥ ਇੰਡੀਆ 'ਚ ਬਹੁਤ ਜ਼ਿਆਦਾ, ਬਟ ਉਹ ਐਗਜ਼ਾਮ ਵੀ ਇਕੁਅਲੀ ਅਸੈਪਟੇਬਲ ਹੈ ਔਰ ਉਹ ਐਗਜ਼ਾਮ ਵੀ ਤੁਸੀਂ ਘਰ ਬੈਠੇ ਕਰ ਸਕਦੇ ਹੋ। ਕਿੱਦਾਂ ਕਰ ਸਕਦੇ ਹੋ ਉਹਦੇ 'ਤੇ ਡਿਟੇਲ ਸ਼ੋਅ ਬਣੇਗਾ, ਉਹਦੇ 'ਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ। ਬਟ ਫਿਲਹਾਲ IELTS, PTE ਐਂਡ TOEFL 3 ਹੀ ਐਗਜ਼ਾਮ ਇੰਗਲਿਸ਼ ਦੇ ਉੱਤੇ ਅਸੈਪਟ ਹੋਣਗੇ ਔਰ 6 ਦੇ ਇਕੁਅਲੈਂਟ ਸਕੋਰ ਹੀ ਅਸੈਪਟ ਹੋਊਗਾ। ਸੋ ਉਸ ਤੋਂ ਮਤਲਬ ਸਕੋਰ ਦੇ ਵਿੱਚ ਕਿਸੇ ਤਰ੍ਹਾਂ ਦਾ ਹਜੇ ਕੋਈ ਕੰਪਰੋਮਾਈਜ਼ ਕੈਨੇਡਾ ਵੱਲੋਂ ਨਹੀਂਗਾ, ਬੜੇ ਕਲੀਅਰ ਸ਼ਬਦਾਂ 'ਚ ਉਹਨਾਂ ਨੇ ਮੈਂਸ਼ਨ ਕਰ ਦਿੱਤਾ। ਉਸ ਤੋਂ ਇੰਪੋਰਟੈਂਟ ਹੁਣ ਥਰਡ ਜਿਹੜੀ ਚੀਜ਼ ਸੀਗੀ ਕਿ ਕਈ ਸਕੂਲ ਔਰ ਕਾਲਜਿਸ ਦੇ ਰਿਜ਼ਲਟ ਹਜੇ ਨਹੀਂ ਆਏ। ਸੋ ਉਹ ਰਿਜ਼ਲਟ ਤੋਂ ਬਿਨਾਂ ਇਨਕੰਪਲੀਟ ਡਾਕੂਮੈਂਟਸ ਨਾਲ ਉੱਥੇ ਕਿਹਾ ਗਿਆ ਕਿ ਤੁਸੀਂ ਫਾਈਲ ਲਾ ਸਕਦੇ ਹੋ, ਅਸੀਂ ਰਿਫਿਊਜ਼ ਨਹੀਂ ਕਰਾਂਗੇ। ਤਾਂ ਉਹਨਾਂ ਨੇ ਕਲੀਅਰ ਕਰਤਾ ਕਿ ਇਨਕੰਪਲੀਟ ਡਾਕੂਮੈਂਟਸ ਅਕੈਡਮਿਕ ਨਹੀਂ ਚੱਲਣਗੇ। ਸੋ ਤੁਹਾਡਾ ਅਕੈਡਮਿਕ ਦਾ ਰਿਜ਼ਲਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਆਨਲਾਈਨ ਵਾਲਾ ਪ੍ਰਿੰਟ ਵੀ ਨਾ ਲਾਇਓ, ਤੁਹਾਡੇ ਕੋਲ ਰੀਅਲ ਮਾਰਕਸ਼ੀਟ ਹੋਵੇ ਤਾਂ ਹੀ 2020 ਵਾਲੇ ਬੱਚੇ ਆਪਣੀ ਫਾਈਲ ਜਮ੍ਹਾਂ ਕਰਾਉਣ, ਅਦਰਵਾਈਜ਼ ਉਹ ਹੋਲਡ ਕਰ ਲੈਣ, ਪਹਿਲਾਂ ਆਪਣੀਆਂ ਮਾਰਕਸ਼ੀਟਸ ਆਪਣੀਆਂ ਬੋਰਡ ਜਾਂ ਕਾਲਜ ਤੋਂ ਲੈ ਲੈਣ, ਉਸ ਤੋਂ ਬਾਅਦ ਹੀ ਫਾਈਲ ਲਾਉਣ। ਉਹਨਾਂ ਦਾ ਆਨਲਾਈਨ ਦਿੱਤਾ ਹੋਇਆ ਰਿਜ਼ਲਟ ਦਾ ਕਾਪੀ ਜਾਂ ਉਹਦਾ ਪ੍ਰਿੰਟ ਆਊਟ ਨਹੀਂ ਚੱਲੇਗਾ ਕਿਸੇ ਵੀ ਸਿਚੁਏਸ਼ਨ ਦੇ ਵਿੱਚ। ਫੋਰਥ ਇੰਪੋਰਟੈਂਟ ਕਨਫਿਊਜ਼ਨ ਜਿਹੜੀ ਇੱਥੇ ਵੱਡੀ ਬਣੀ ਹੋਈ ਸੀ ਕੰਸਲਟੈਂਟਸ ਲਈ ਵੀ ਖਾਸ ਕਰਕੇ, ਕਿ ਬੱਚੇ ਕੋਲ GIC ਕਰਵਾਈ ਜਾਵੇ ਜਾਂ ਨਾ ਕਰਵਾਈ ਜਾਵੇ, ਕਿਉਂਕਿ 50% ਕੋਰਸ ਬੱਚਾ ਇੰਡੀਆ 'ਚ ਖਤਮ ਕਰ ਸਕਦਾ। ਸੋ ਇੱਥੇ ਉਹਨਾਂ ਨੇ ਕਲੀਅਰ ਕਰਤਾ, ਕਿਉਂਕਿ ਜੇ 50% ਕੋਰਸ ਤੁਸੀਂ ਇੰਡੀਆ 'ਚ ਖਤਮ ਕਰਦੇ ਆ, ਨਾਰਮਲੀ 2 ਸਾਲ ਦਾ ਕੋਰਸ ਹੁੰਦਾ ਹੈ ਬੱਚੇ ਦਾ, +2 ਵਾਲੇ ਦਾ ਖਾਸ ਕਰਕੇ, ਔਰ 50% ਮਤਲਬ 1 ਸਾਲ ਦਾ ਇੱਥੇ ਖਤਮ ਹੋ ਗਿਆ ਔਰ 1 ਸਾਲ ਲਈ ਹੀ ਤਾਂ GIC ਹੁੰਦੀ ਹੈ, ਤੇ ਫਿਰ ਕੀ GIC ਕਰਨ ਦੀ ਲੋੜ ਹੈ? ਸੋ ਇਹਦੇ ਉੱਤੇ ਇੱਕ ਬਹੁਤ ਸਵਾਲ ਬਣਿਆ ਹੋਇਆ ਸੀ, ਤਾਂ ਇਹਦੇ ਉੱਤੇ ਉਹਨਾਂ ਨੇ ਚੀਜ਼ਾਂ ਕਲੀਅਰ ਕਰਤੀਆਂ, ਪਰ GIC ਦਾ ਉਹਨਾਂ ਨੇ ਨਾਮ ਨਹੀਂ ਲਿਆ। ਉਹਨਾਂ ਨੇ ਸਿੰਪਲੀ ਇਹੀ ਕਿਹਾ ਕਿ ਬੱਚੇ ਕੋਲ ਫੰਡ ਹੋਣੇ ਚਾਹੀਦੇ ਆ ਸਫੀਸ਼ੀਐਂਟ ਔਰ ਓਰੀਜਨਲ, ਔਰ ਜਿਹਦੇ ਸਬੂਤ ਵੀ ਹੋਣਾ ਚਾਹੀਦਾ ਕਿ ਉਹ ਫੰਡ ਕਿੱਥੋਂ ਆਏ ਨੇ, ਸੋਰਸ ਵੀ ਹੋਣਾ ਚਾਹੀਦਾ ਹੈ ਫੰਡ ਦਾ, ਤਾਂ ਕਿ ਸਾਨੂੰ ਸ਼ੋਰ ਹੋ ਸਕੇ ਕਿ ਉਹ ਬੱਚਾ ਕੈਨੇਡਾ ਆ ਕੇ ਆਪਣੀ ਪੜ੍ਹਾਈ ਨੂੰ ਬਿਨਾਂ ਕੈਨੇਡੀਅਨ ਗਵਰਨਮੈਂਟ 'ਤੇ ਡਿਪੈਂਡ ਕੀਤੇ ਕੰਪਲੀਟ ਕਰ ਸਕੂਗਾ। ਸੋ GIC ਕਰੋ ਜਾਂ ਨਾ ਕਰੋ, ਉਹ ਫਿਰ ਵੀ ਉਹਨਾਂ ਨੇ ਡਾਊਟਫੁਲ ਛੱਡ ਦਿੱਤਾ ਜਾਂ ਤੁਹਾਡੇ 'ਤੇ ਛੱਡ ਦਿੱਤਾ, ਬਟ ਉਹਨਾਂ ਨੇ ਆਹ ਸ਼ੋਰ ਕਰਤਾ ਕਿ ਬੱਚੇ ਕੋਲ ਸਫੀਸ਼ੀਐਂਟ ਫੰਡ ਹੋਣੇ ਜ਼ਰੂਰੀ ਹੈ। ਸੋ ਇੱਥੇ ਮੇਰੀ ਐਡਵਾਈਸ ਹੈ ਕਿ GIC ਕਰਕੇ ਹੀ ਫਾਈਲ ਲਾਓ, ਉੱਦਾਂ ਫਾਈਲ ਨਾ ਲਾਇਓ, ਵੱਡਾ ਰਿਸਕ ਰਹਿ ਸਕਦਾ। ਸੈਕਿੰਡ,
ਉਸ ਤੋਂ ਬਾਅਦ 5th ਇੰਪੋਰਟੈਂਟ ਪੁਆਇੰਟ ਸੋਰਸ ਆਫ ਇਨਕਮ। ਇਹਨੂੰ ਉਹਨਾਂ ਨੇ ਪਾਰਟਿਕੂਲਰਲੀ ਕਿਹਾ ਕਿ ਜਿਹੜੇ ਵੀ ਬੱਚੇ ਫੰਡ ਦਿਖਾਣਗੇ ਉਹਨਾਂ ਦਾ ਸੋਰਸ ਆਫ ਇਨਕਮ, ਜਾਂ ਤੁਸੀਂ ਫੰਡ ਨਹੀਂ ਵੀ ਦਿਖਾ ਰਹੇ ਹੋ ਤਾਂ ਵੀ ਮੇਰੇ ਖਿਆਲ ਨਾਲ ਉਹਨਾਂ ਦਾ ਸੋਰਸ ਆਫ ਇਨਕਮ ਤੇ ਧਿਆਨ ਰਹੂਗਾ, ਜਿੱਥੋਂ ਤੁਹਾਡੀ ਕੈਪੇਬਿਲਿਟੀ ਨੂੰ ਚੈੱਕ ਕਰਦੇ ਆ ਰਹੇ ਨੇ ਕਿ ਤੁਸੀਂ ਕੈਨੇਡਾ 'ਚ ਆ ਕੇ ਪੜ੍ਹਾਈ ਨੂੰ ਅੱਗੇ ਅਫੋਰਡ ਕਰ ਸਕਦੇ ਹੋ ਔਰ ਤੁਹਾਡੀ ਇੱਕ ਫੈਮਿਲੀ ਦੀ ਸਫੀਸ਼ੀਐਂਟ ਇਨਕਮ ਸਕੇਲ ਹੈਗਾ। ਸੋ ਇੱਥੇ ਮੇਰੀ ਐਡਵਾਈਸ ਹੈ ਕਿ ਜਿੱਦਾਂ ਆਪਾਂ ਸੋਰਸ ਆਫ ਇਨਕਮ ਦੇ ਡਾਕੂਮੈਂਟ ਲਾਉਂਦੇ ਸੀ ਉਹਨਾਂ ਨੂੰ ਕੰਟੀਨਿਊ ਰੱਖੋ, ਉਹਨਾਂ ਨੂੰ ਜ਼ਰੂਰ ਲਗਾਓ। 6th ਇੰਪੋਰਟੈਂਟ ਚੀਜ਼ ਕਿ ਮੈਡੀਕਲ, PCC ਔਰ ਬਾਇਓਮੈਟ੍ਰਿਕ, ਇਹ 3 ਚੀਜ਼ਾਂ ਨੇ ਜਿਹਦੇ ਉੱਤੇ ਤੁਸੀਂ ਇਹ ਡਾਕੂਮੈਂਟਸ ਤੋਂ ਬਿਨਾਂ ਅਗਰ ਫਾਈਲ ਲਾਉਂਦੇ ਹੋ ਤਾਂ ਫਾਈਲ ਦੇ ਉੱਤੇ ਕੋਈ ਵੀ ਨੈਗੇਟਿਵ ਰਿਜ਼ਲਟ ਨਹੀਂ ਰਹੂਗਾ ਔਰ ਇਹਨਾਂ 3 ਚੀਜ਼ਾਂ ਦਾ ਇੰਤਜ਼ਾਰ ਕੀਤਾ ਜਾਊਗਾ। ਬਟ ਇੱਥੇ ਵੀ ਮੇਰੀ ਐਡਵਾਈਸ ਹੈ ਕਿ ਇੰਡੀਆ ਦੇ ਵਿੱਚ ਮੈਡੀਕਲਸ ਹੋ ਰਹੇ ਨੇ, ਸੋ ਇੱਥੇ ਤੁਸੀਂ ਆਪਣੀ ਮੈਡੀਕਲ ਕਰਕੇ ਉਸ ਤੋਂ ਬਾਅਦ ਹੀ ਫਾਈਲ ਲਗਾਓ। ਬਾਇਓਮੈਟ੍ਰਿਕਸ ਤੋਂ ਬਿਨਾਂ ਲਗਾ ਲਓ, PCC ਦੀ ਹਰ ਕਿਸੇ ਨੂੰ ਲੋੜ ਨਹੀਂ ਹੁੰਦੀ, ਉਹਦੇ ਲਈ ਜ਼ਰੂਰ ਕੈਨੇਡਾ ਤੁਹਾਡੇ ਨਾਲ ਬੇਅਰ ਕਰੂਗਾ ਬਿਨਾਂ ਕਿਸੇ ਪ੍ਰੋਬਲਮ ਤੋਂ। 7th ਇੰਪੋਰਟੈਂਟ ਪੁਆਇੰਟ ਆਨਲਾਈਨ ਕਲਾਸਿਸ। ਇੱਕ ਬਹੁਤ ਵੱਡਾ ਸਵਾਲ, ਬਹੁਤ ਵੱਡਾ ਚੱਕਰ ਬਣ ਚੁੱਕਾ ਸੀ ਬੱਚਿਆਂ ਲਈ ਕਿ ਆਨਲਾਈਨ ਕਲਾਸਿਸ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ ਤੇ ਕੀ ਬਣੇਗਾ। ਸੋ ਆਨਲਾਈਨ ਕਲਾਸਿਸ ਉਹਨਾਂ ਨੇ ਟੋਟਲੀ ਕਹਿ ਦਿੱਤਾ ਕਿ ਇਹ ਬੱਚੇ ਦਾ ਆਪਣਾ ਡਿਸੀਜਨ। ਅਸੀਂ ਵੀਜ਼ਾ ਆਨਲਾਈਨ ਹੀ ਦੇ ਰਹੇ ਹਾਂ, ਤੁਸੀਂ ਆਨਲਾਈਨ ਕਲਾਸਿਸ ਲਗਾਉਂਦੇ ਹੋ ਜਾਂ ਨਹੀਂ ਲਗਾਉਂਦੇ, ਉਹਦਾ ਵੀਜ਼ੇ ਤੇ ਸੈਕਿੰਡ ਸਟੇਜ ਵਾਲੇ ਤੇ ਕੋਈ ਫਰਕ ਨਹੀਂ ਪਏਗਾ। ਮਤਲਬ ਅਗਰ ਤੁਹਾਡਾ ਕਾਲਜ ਤੁਹਾਨੂੰ ਪਰਮਿਸ਼ਨ ਦੇ ਦਿੰਦਾ ਹੈ ਔਰ ਡੈਫਰ ਕਰ ਦਿੰਦਾ ਹੈ ਔਰ ਤੁਹਾਨੂੰ ਜਾਂ ਅੱਗੇ ਦੀਆਂ ਕਲਾਸਿਸ ਦੇ ਦਿੰਦਾ ਜਾਂ ਤੁਹਾਡੀਆਂ ਆਨਲਾਈਨ ਕਲਾਸਿਸ ਨਹੀਂ ਲਾਉਂਦਾ ਬਿਕੋਜ਼ ਤੁਹਾਡਾ ਕੋਰਸ ਹੀ ਪ੍ਰੈਕਟੀਕਲ ਸਟੱਡੀ ਤੇ ਬੇਸਡ ਹੈ, ਸੋ ਅਗਰ ਤੁਹਾਡੇ ਕੋਲ ਦੀ ਰੀਜ਼ਨਿੰਗ ਹੈਗੀ ਹੈ ਐਂਡ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ ਕਿ ਤੁਸੀਂ ਆਨਲਾਈਨ ਕਲਾਸਿਸ ਕਿਉਂ ਨਹੀਂ ਲਗਾਈਆਂ, ਉਹਦੇ ਕਰਕੇ ਤੁਹਾਡਾ ਸੈਕਿੰਡ ਸਟੇਜ ਦਾ ਵੀਜ਼ਾ ਰਿਜੈਕਟ ਨਹੀਂ ਹੋਊਗਾ। ਆ ਇੱਕ ਵੱਡੀ ਰਾਹਤ ਜ਼ਰੂਰ ਆ ਗਈ ਕੈਨੇਡਾ ਜਾਣ ਵਾਲੇ ਬੱਚਿਆਂ ਲਈ ਸੈਪਟੈਂਬਰ ਇਨਟੇਕ 'ਚ। ਉਸ ਤੋਂ ਬਾਅਦ ਜਿਹੜਾ 8th ਪੁਆਇੰਟ ਆ, ਮੈਂ ਇੱਧਰ ਦੇਖ ਰਿਹਾ ਕਿਉਂਕਿ 10 ਪੁਆਇੰਟ ਸੀ ਸੋ ਮੈਂ ਇੱਕ ਸਾਈਡ ਤੇ ਲਿਖੇ ਹੋਏ। ਰਿਫੰਡ ਨੂੰ ਲੈ ਕੇ ਇੱਕ ਬੱਚਿਆਂ ਨੂੰ ਵੱਡੀ ਕਨਫਿਊਜ਼ਨ ਬਣੀ ਹੋਈ ਸੀ ਕਿ ਅਗਰ ਐਮਬੈਸੀ ਸੈਕਿੰਡ ਸਟੇਜ ਤੇ ਕਿਸੇ ਵੀ ਕਾਰਨ ਬੱਚੇ ਦਾ ਵੀਜ਼ਾ ਰਿਜੈਕਟ ਕਰਦੀ ਹੈ ਕਿ ਉਹ ਬੱਚੇ ਨੂੰ ਰਿਫੰਡ ਮਿਲ ਸਕੇਗਾ। ਸੋ ਇੱਥੇ ਇੱਕ ਵੱਡਾ ਸਵਾਲ ਬਣਿਆ ਹੋਇਆ ਸੀ ਜਿਹਨੂੰ ਕੈਨੇਡਾ ਨੇ ਕਲੀਅਰ ਕਰ ਦਿੱਤਾ ਕਿ ਰਿਫੰਡ ਪਾਲਿਸੀ ਦੇ ਲਈ ਤੁਸੀਂ ਡਾਇਰੈਕਟਲੀ ਆਪਣੇ ਇੰਸਟੀਚਿਊਟ ਜਾਂ ਕਾਲਜ ਨਾਲ ਦੇਖੋ, ਉਹਨਾਂ ਦੀ ਜੋ ਰਿਫੰਡ ਪਾਲਿਸੀ ਹੈ ਉਹੀ ਅਪਲਾਈ ਹੋਏਗੀ। ਸੋ ਇੱਥੇ ਤੁਸੀਂ ਆਪ ਸੋਚ ਸਮਝ ਕੇ ਅਪਲਾਈ ਕਰਨਾ ਹੈ ਕਿ ਜਿਹੜਾ ਕਾਲਜ ਤੁਹਾਨੂੰ ਰਿਫੰਡ ਪ੍ਰੋਮਿਸ ਕਰਦਾ ਹੈ ਉਹਦੇ ਲਈ ਸੈਪਟੈਂਬਰ ਇਨਟੇਕ ਦੀ ਫਾਈਲ ਲਾਓ, ਅਦਰਵਾਈਜ਼ ਨਾ ਲਾਓ। ਆ ਨਾ ਹੋਵੇ ਕਿ ਕਿਸੇ ਕਾਰਨ ਵੀ ਤੁਹਾਡਾ ਵੀਜ਼ਾ ਰਿਜੈਕਟ ਹੋਵੇ ਔਰ ਤੁਹਾਨੂੰ ਉਹ ਕਾਲਜ ਕੱਲ੍ਹ ਨੂੰ ਪੈਸੇ ਵਾਪਸ ਨਾ ਕਰੇ। ਸੋ ਇਹ ਇੱਕ ਪ੍ਰੋਬਲਮ ਨਾ ਹੋਵੇ, ਇਹਦੇ ਲਈ ਤੁਹਾਨੂੰ ਆਪਣੇ ਏਜੰਟ ਨਾਲ, ਆਪਣੇ ਕਾਲਜ ਨਾਲ ਪ੍ਰੋਪਰਲੀ ਡਬਲ ਚੈੱਕ ਕਰਕੇ ਚੱਲਣਾ ਚਾਹੀਦਾ ਹੈ। ਮੇਰੀ ਪਰਸਨਲ ਸਲਾਹ ਹੈ ਤੁਹਾਨੂੰ। ਕਿਹੜੇ ਕਾਲਜਿਸ ਰਿਫੰਡ ਦੇਣਗੇ 100% ਹੈ ਆਉਣ ਵਾਲੇ ਸ਼ੋਅਸ 'ਚ ਮੈਂ ਤੁਹਾਨੂੰ ਦੱਸਾਂਗਾ। ਨੈਕਸਟ 9th ਇੰਪੋਰਟੈਂਟ ਪੁਆਇੰਟ ਹੈ ਕਿ ਰਿਜ਼ਲਟ ਕਿੰਨੇ ਚਿਰ 'ਚ ਆਉਣਗੇ। ਰਿਜ਼ਲਟ ਬਹੁਤ ਲੰਬੇ ਸਮੇਂ ਤੋਂ ਸਾਡੇ ਬੱਚੇ ਵੇਟ ਕਰ ਰਹੇ ਆ, ਰੈਗੂਲਰ ਲੰਬਾ ਇੰਤਜ਼ਾਰ ਹੁੰਦਾ ਜਾ ਰਿਹਾ, ਨਵੇਂ ਰੂਲਸ ਵੀ ਅਨਾਉਂਸ ਹੋ ਗਏ, ਉਸ ਤੋਂ ਬਾਅਦ ਵੀ ਰਿਜ਼ਲਟ ਦੇਖਣ ਨੂੰ ਨਹੀਂ ਮਿਲੇ। ਸੋ ਇਹਦੇ ਵਿੱਚ ਕੈਨੇਡਾ ਨੇ ਬਹੁਤ ਕਲੀਅਰਲੀ ਹੁਣ ਦੱਸ ਦਿੱਤਾ ਕਿ ਜਿਹੜੇ ਰਿਜ਼ਲਟਸ ਨੇ ਉਹ ਮੈਕਸਿਮਮ 45 ਦਿਨਾਂ 'ਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੋਸ਼ਿਸ਼, ਮੈਂ ਪ੍ਰੋਮਿਸ ਨਹੀਂ ਕਰ ਰਿਹਾ, ਉਹਨਾਂ ਨੇ ਕਿਹਾ ਕਿ ਕੋਸ਼ਿਸ਼, ਸਾਡਾ ਜਿਹੜਾ ਟਾਰਗੇਟ ਸਮਾਂ ਉਹ 45 ਦਿਨ ਰਹੇਗਾ 2 ਸਟੇਜ ਦੇ ਅੰਦਰ। ਬਟ ਇਟ ਆਲ ਡਿਪੈਂਡਸ ਔਨ ਪ੍ਰਾਇੋਰਟੀ ਬੇਸਿਸ ਕਿ ਕਿਹੜੇ ਬੱਚੇ ਦੇ ਮੈਕਸਿਮਮ ਡਾਕੂਮੈਂਟਸ ਕੰਪਲੀਟ ਨੇ। ਸੋ ਮਤਲਬ ਅਗਰ ਕੋਈ ਬੱਚਾ ਜਿਹੜਾ ਰਿਫਿਊਜ਼ ਸੀ ਉਹ ਫਾਈਲ ਦੋਰੇ ਲਾ ਰਿਹਾ ਤਾਂ ਉਹਦਾ ਮੈਡੀਕਲ ਵੀ ਹੋ ਚੁੱਕਾ, ਉਹਦੇ ਬਾਇਓਮੈਟ੍ਰਿਕਸ ਵੀ ਹੋ ਚੁੱਕੇ ਆ, ਸੋ ਡੈਫੀਨੇਟਲੀ ਉਹਨੂੰ ਕਿਤੇ ਨਾ ਕਿਤੇ ਪ੍ਰਾਇੋਰਟੀ ਮਿਲ ਸਕਦੀ ਹੈ, ਉਹਦਾ ਰਿਜ਼ਲਟ ਜਲਦੀ ਆ ਸਕਦਾ ਹੈ। ਔਰ ਜਿਨ੍ਹਾਂ ਨੇ ਹਜੇ ਬਾਇਓਮੈਟ੍ਰਿਕਸ ਤੋਂ ਬਿਨਾਂ ਲਾਉਣੀਆਂ ਉਹਨਾਂ ਨੂੰ 45 ਦਿਨ ਲੱਗ ਸਕਦੇ ਆ ਔਰ ਦੂਜਿਆਂ ਨੂੰ 20 ਤੋਂ 25 ਦਿਨ, ਜਿਨ੍ਹਾਂ ਦੇ ਡਾਕੂਮੈਂਟ ਪੂਰੇ ਹੋਣਗੇ ਉਹਨਾਂ ਨੂੰ ਸ਼ਾਇਦ 20 ਤੋਂ 25 ਦਿਨ 'ਚ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ 10th ਵੈਰੀ ਇੰਪੋਰਟੈਂਟ ਪੁਆਇੰਟ, ਡੈਫਰਮੈਂਟ, ਕਿ AIP ਮਿਲਣ ਤੋਂ ਬਾਅਦ, ਅਪਰੂਵਲ ਇਨ ਪ੍ਰਿੰਸੀਪਲ ਮਿਲਣ ਤੋਂ ਬਾਅਦ, ਸੈਪਟੈਂਬਰ ਇਨਟੇਕ ਦਾ ਫਸਟ ਸਟੇਜ ਦਾ ਵੀਜ਼ਾ ਮਿਲਣ ਤੋਂ ਬਾਅਦ ਕਿ ਸਟੂਡੈਂਟ ਆਪਣੇ ਇਨਟੇਕ ਨੂੰ ਡੈਫਰ ਕਰ ਸਕਦਾ ਹੈ। ਇਹ ਇੱਕ ਬਹੁਤ ਵੱਡੀ ਕਨਫਿਊਜ਼ਨ ਸੀ ਬੱਚਿਆਂ 'ਚ ਔਰ ਬਹੁਤ ਬੱਚੇ ਚਾਹੁੰਦੇ ਸੀ ਕਿ ਸੈਪਟੈਂਬਰ 'ਚ ਵੀਜ਼ਾ ਲੈ ਲਈਏ ਔਰ ਡੈਫਰਮੈਂਟ ਜਨਵਰੀ ਦੀ ਲੈ ਲਈਏ। ਤਾਂ ਇਹਦੇ ਵਿੱਚ ਕੈਨੇਡਾ ਨੇ ਕਲੀਅਰ ਕਰਤਾ ਕਿ ਯੈਸ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ। ਅਗਰ ਤੁਹਾਨੂੰ ਕਾਲਜ ਡੈਫਰਮੈਂਟ ਦਿੰਦਾ ਹੈ ਜੈਨ ਇਨਟੇਕ ਦੀ ਤਾਂ ਤੁਸੀਂ ਉਹ ਡੈਫਰਮੈਂਟ ਬਾਅਦ 'ਚ ਵੀ ਲੈ ਸਕਦੇ ਹੋ ਔਰ ਤੁਸੀਂ ਉਦੋਂ ਟਰੈਵਲ ਕਰ ਸਕਦੇ ਹੋ ਆਪਣੀ ਸਟੱਡੀਜ਼ ਕਰਨ ਦੇ ਲਈ। ਸੋ ਇਟ ਆਲ ਡਿਪੈਂਡਸ ਉਦੋਂ ਸਿਨਾਰੀਓ ਕੀ ਹੋਊਗਾ। ਟਰੈਵਲ ਨੂੰ ਲੈ ਕੇ ਇੱਕ ਹੋਰ ਜਿਹੜਾ ਕੁਐਸਚਨ ਬਾਰ-ਬਾਰ ਬੱਚੇ ਪੁੱਛਦੇ ਕਿ ਟਰੈਵਲ ਕਦੋਂ ਕਰ ਸਕਾਂਗੇ, ਖਾਸ ਕਰਕੇ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲਾਂ ਵੀਜ਼ੇ ਆਏ ਆ। ਇਹਦੇ ਉੱਤੇ ਕੈਨੇਡਾ ਨੇ ਬਹੁਤ ਕਲੀਅਰ ਕਹਿ ਦਿੱਤਾ ਕਿ ਟਰੈਵਲ ਹਜੇ ਨਾ ਕਰੋ ਜਿੰਨਾ ਚਿਰ ਅਸੀਂ ਅਨਾਉਂਸ ਨਹੀਂ ਕਰਦੇ ਪ੍ਰੋਪਰਲੀ। ਐਸੈਂਸ਼ੀਅਲ ਦੇ ਵਿੱਚ ਇੰਪੋਰਟੈਂਟ ਸਿਚੁਏਸ਼ਨ ਦੇ ਵਿੱਚ ਸਟੂਡੈਂਟ ਦਾ ਟਰੈਵਲ ਕਰਨਾ ਅਲਾਉਡ ਹੈ, ਬਟ
ਅਗਰ ਉੱਥੇ ਜਦੋਂ ਤੁਸੀਂ ਲੈਂਡ ਹੋਣਾ ਹੈ 에ਅਰਪੋਰਟ ਤੇ, ਅਗਰ ਜਿਹੜਾ ਵੀਜ਼ਾ ਆਫੀਸਰ ਹੋਊਗਾ, ਇਮੀਗ੍ਰੇਸ਼ਨ ਚੈੱਕ ਵਾਲੇ ਹੋਣਗੇ, ਅਗਰ ਉਹਨਾਂ ਨੂੰ ਤੁਹਾਡਾ ਰੀਜ਼ਨ ਜੈਨੂਅਨ ਨਹੀਂ ਲੱਗਾ ਤਾਂ ਉਹ ਤੁਹਾਨੂੰ ਵਾਪਸ ਭੇਜ ਸਕਦੇ ਨੇ। ਸੋ ਇੱਥੇ ਅਵੋਇਡ ਕਰਕੇ ਚੱਲੋ। ਕਾਲਜ ਤੋਂ ਕੱਲਾ ਰਿਟਨ ਲੈਟਰ ਲੈਣ ਨਾਲ ਜ਼ਰੂਰੀ ਨਹੀਂ ਹੈ ਤੁਹਾਡੀ ਐਂਟਰੀ ਹੋ ਸਕੇ। ਸੋ ਇੱਥੇ ਥੋੜਾ ਜਿਹਾ ਬ੍ਰੇਕ ਲੈ ਕੇ ਚੱਲੋ, ਕਿਉਂਕਿ ਕਾਲਜ ਨੂੰ ਵੀ ਐਕਸਪਲੇਨ ਕਰਨਾ ਪਊਗਾ ਕਿ ਉਹ ਆਨਲਾਈਨ ਕਲਾਸਿਸ ਕਿਉਂ ਨਹੀਂ ਲੈ ਸਕਦਾ ਤੁਹਾਡੀਆਂ। ਸੋ ਇਹ ਜੇ ਟਰੈਵਲ ਨਾ ਕਰੋ, ਟਰੈਵਲ ਲਈ ਜਦੋਂ ਨਵੀਆਂ ਗਾਈਡਲਾਈਨਸ ਆਉਣਗੀਆਂ ਉਸੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਏਗਾ। ਸੋ ਫਿਲਹਾਲ ਇੰਤਜ਼ਾਰ ਕਰੋ, ਡੈਫਰ ਕਰ ਲਿਓ ਲੋੜ ਪਏਗੀ, ਜਾਂ ਤੁਸੀਂ ਇੱਥੇ ਆਨਲਾਈਨ ਕਲਾਸਿਸ ਲਗਾ ਕੇ ਆਪਣੀ ਪੜ੍ਹਾਈ ਸਟੱਡੀ ਕੰਪਲੀਟ ਕਰ ਸਕਦੇ ਹੋ। ਇਹਨਾਂ 10 ਪੁਆਇੰਟਸ ਦੇ ਨਾਲ ਇੱਕ ਇੰਪੋਰਟੈਂਟ ਵਾਰਨਿੰਗ ਮੈਂ ਤੁਹਾਨੂੰ ਦੇਣਾ ਚਾਹੂੰਗਾ ਕਿ ਜਿਹੜੇ ਬੱਚੇ ਦੁਬਾਰਾ ਕੇਸ ਫਾਈਲ ਕਰ ਰਹੇ ਨੇ, ਜਿਹੜੇ ਆਲਰੇਡੀ ਰਿਫਿਊਜ਼ਡ ਨੇ, ਉਹ ਆਪਣੇ ਮੈਡੀਕਲ ਦਾ ਜਦੋਂ ਤੁਸੀਂ 2 ਸਟੇਜ 'ਚ ਅਪਲਾਈ ਕਰਦੇ ਆ ਤਾਂ ਉਹਦੇ 'ਚ ਕੁਐਸਚਨ ਆਉਂਦਾ ਕਿ ਤੁਹਾਡਾ ਮੈਡੀਕਲ ਹੋਇਆ ਜਾਂ ਨਹੀਂ। ਤੁਸੀਂ ਉੱਥੇ ਯੈਸ ਕਰਨਾ ਹੈ। ਅਗਰ ਤੁਸੀਂ ਗਲਤੀ ਨਾਲ ਵੀ ਉੱਥੇ ਨੋ ਕਰ ਦਿੱਤਾ ਤਾਂ ਮਿਸਲੀਡਿੰਗ ਇਨਫੋਰਮੇਸ਼ਨ ਦੇ ਐਕਟ ਦੇ ਅੰਦਰ ਤੁਹਾਡਾ ਬੈਨ ਲੱਗ ਜੂਗਾ ਕੈਨੇਡਾ ਦਾ। ਸੋ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈ। ਜਿਹੜੇ ਬੱਚੇ ਸੈਕਿੰਡ ਟਾਈਮ ਅਪਲਾਈ ਕਰ ਰਹੇ ਨੇ, ਸੈਕਿੰਡ ਟਾਈਮ ਫਾਈਲ ਲਗਾਉਣ ਵਾਲੇ ਬੱਚੇ ਆਪਣੇ ਏਜੰਟਸ ਨਾਲ ਪ੍ਰੋਪਰਲੀ ਅਪਡੇਟਡ ਰਹਿਣ, ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਣ। ਅਗਰ ਏਜੰਟ ਵੀ ਸ਼ੋਅ ਦੇਖ ਰਹੇ ਨੇ ਤਾਂ ਪਲੀਜ਼ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਇਹ ਕੁਐਸਚਨ ਸੋਚ ਸਮਝ ਕੇ ਹੀ ਭਰਿਆ ਜਾਵੇ। ਸੋ ਹੋਰ ਜਿਹੜੇ ਵੀ ਕੁਐਸਚਨਸ ਨੇ, ਡਾਊਟਸ ਨੇ, ਤੁਸੀਂ ਰੈਗੂਲਰ ਸਾਡੇ ਚੈਨਲ ਨਾਲ ਜੁੜ ਕੇ ਅਪਡੇਟਡ ਰਹਿ ਸਕਦੇ ਹੋ। ਅੱਜ 10 ਤੋਂ 11 ਇੰਪੋਰਟੈਂਟ ਟੌਪਿਕਸ ਜਿਹੜੇ ਕਿ ਛੋਟੇ-ਛੋਟੇ ਇਸ਼ੂ ਅਲੱਗ-ਅਲੱਗ ਬੱਚਿਆਂ ਦੇ ਬਣੇ ਹੋਏ ਸੀ, ਕੈਨੇਡਾ ਨੇ ਉਹਦੇ ਤੇ ਬਿਲਕੁਲ ਕਲੈਰਿਟੀ ਦੇ ਦਿੱਤੀ ਹੈ। ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੁਣ ਨਹੀਂ ਛੱਡੀ। ਇੱਕ ਸ਼ੋਅ ਦੇ ਵਿੱਚ 11 ਪੁਆਇੰਟ ਦੱਸੇ ਆ, ਕਿਸੇ ਨੂੰ ਸਮਝਣ 'ਚ ਕਨਫਿਊਜ਼ਨ ਹੋ ਸਕਦੀ ਹੈ। ਸੋ ਇਹ 10 ਦੇ 10 ਸ਼ੋਅ ਮੈਂ ਅਲੱਗ ਤੋਂ ਬਣਾਵਾਂਗਾ, ਇੱਕ-ਇੱਕ ਕਰਕੇ ਅੱਜ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ। ਸੋ ਇਹਨਾਂ ਦੇ ਵਿੱਚ ਇੱਕ-ਇੱਕ ਕਰਕੇ ਇੱਕ ਪੁਆਇੰਟ ਦੇ ਉੱਤੇ ਸ਼ੋਅ ਬਣੇਗਾ, ਜਾਂ 2 ਪੁਆਇੰਟਸ ਤੇ ਇੱਕ ਸ਼ੋਅ ਬਣੇਗਾ, ਜਿਹਦੇ ਵਿੱਚ ਉਹਦੇ ਬਾਰੇ ਪੂਰੇ ਜਾਣਕਾਰੀ ਡਿਟੇਲ ਦੇ ਵਿੱਚ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ। ਸੋ ਚੈਨਲ ਨਾਲ ਜੁੜੇ ਰਹੋ। ਹੋਰ ਵੀ ਕੋਈ ਇੰਪੋਰਟੈਂਟ ਕੁਐਸਚਨ, ਸਵਾਲ ਨੇ, ਡਾਊਟ ਨੇ, ਜਾਂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਬ੍ਰੌਡਵੇ ਨਾਲ ਕੰਟੈਕਟ ਕਰ ਸਕਦੇ ਹੋ। ਅੱਜ ਦੇ ਲਈ ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।